अस्सलाम वालेकुम जी। मेरे आनमशीर ते उम्मीद करदा तुसीं सारे ठीक ठाक हो। मेरे जिन्ने भी नਵੇਂ ਬੱਕਰੀ ਪਾਲ ਵੀਰ ਆ ਇਹ ਗੱਲ ਸੋਚਦੇ ਆ ਵੀ ਬੱਕਰੀ ਮੋਟੀ ਕਿੱਦਾਂ ਕਰਨੀ ਆ। ਹਰ ਸ਼ਾਇਦ ਦਿਨੇ ਬੱਕਰੀ ਨੂੰ ਲੱਗਦੀ ਨਹੀਂ, ਬੱਕਰੀ ਨੂੰ ਖੁਰਾਕ ਲੱਗਦੀ ਨਹੀਂ, ਬੱਕਰੀ ਨੂੰ ਖੁਰਾਕ ਲੱਗਦੀ ਨਹੀਂ। ਹਰ ਇਹੀ ਸਵਾਲ, ਹਰ ਨਵੇਂ ਬੰਦੇ ਦਾ ਇਹੀ ਸਵਾਲ ਆ। ਮੇਰੇ ਵੀਰੋ ਅੱਜ ਤਿੰਨ ਸ਼ੈ ਐਸੀਆਂ ਜਿਹਦੇ ਨਾਲ ਬੱਕਰੀਆਂ ਦੀ ਗਰੋਥ ਵੀ ਅੱਛੀ ਹੋਏਗੀ, ਬੱਕਰੀਆਂ ਦੀ ਬਿਮਾਰੀ ਦੇ ਖਿਲਾਫ ਲੜਨ ਦੀ ਕੁਵਤ ਮੁਦਾਫਤ ਵੀ ਵੱਧ ਜਾਊਗੀ ਤੇ ਬੱਕਰੀਆਂ ਤੰਦਰੁਸਤ, ਬੱਕਰੀਆਂ ਜ਼ਬਰਦਸਤ ਹੋ ਜਾਣਗੀਆਂ ਮਾਸ਼ਾਅੱਲਾ ਅੱਲਾ ਦੇ ਹੁਕਮ ਦੇ ਨਾਲ। जिस मेरे वीर ने सबसक्राइब नहीं किया चैनल में सबसक्राइब कर लो ताकि हर आने वाली नवी वीडियो थोड़े ताईं बासानी पहुँचती रहे। मेरा वीर अज गल करनी है सरसों का तेल, तिलों का तेल, डालटा घी जोड़ा आप आम हांडियां दे विच इस्तेमाल करते हैं। डालटा घी वो सरसों का तेल एक ऐसी शै है, एक ऐसा एंटीबायोटिक चीज़ आ देसी खुराक दे विच, देसी ऑर्गेनिक चीज़ आ ये ਜਿਹਦੇ ਨਾਲ ਬੱਕਰੀ ਦੀ ਖੁਸ਼ਕੀ ਵੀ ਖਤਮ ਹੋ ਜਾਂਦੀ ਹੈ। ਬੱਕਰੀ ਦੇ ਵਿੱਚ ਇਹ ਚਰਬੀ ਪੈਦਾ ਕਰਕੇ ਕੁਵਤ ਮੁਦਾਫਤ ਵਧਾ ਦਿੰਦਾ। ਹਰ ਬੰਦਾ ਇਹ ਗੱਲ ਸੋਚਦਾ ਵੀ ਯਾਰ ਅਸੀਂ ਵੰਡੇ ਵੀ ਪਾਈ ਜਾਂਦੇ ਹਾਂ, ਅਸੀਂ ਤਰ੍ਹਾਂ ਤਰ੍ਹਾਂ ਦੇ ਪੱਠੇ ਵੀ ਪਾਉਂਦੇ, ਲੇਕਿਨ ਬੱਕਰੀਆਂ ਕਮਜ਼ੋਰ ਤਾਂ ਹੀ ਕਮਜ਼ੋਰ ਹੁੰਦੀਆਂ ਜਾਂਦੀਆਂ। ਤੇ ਮੇਰਾ ਵੀਰ ਕੋਈ ਨਾ ਕੋਈ ਤੇ ਜ਼ਾਹਰੀ ਗੱਲ ਕੋਈ ਨਾ ਕੋਈ ਤਾਂ ਐਸਾ ਅਸੀਂ ਮਿਸਟੇਕ ਕਰਦੇ ਪਏ, ਗਲਤੀ ਕਰਦੇ ਪਏ ਜਿਹਦੀ ਵਜ੍ਹਾ ਤੋਂ ਸਾਡੀਆਂ ਬੱਕਰੀਆਂ ਮੋਟੀਆਂ ਤਾਜ਼ੀਆਂ ਨਹੀਂ ਹੁੰਦੀਆਂ। मेरे वीरो ਜਿਹੜੀਆਂ ਅੱਜ ਤਿੰਨ ਸ਼ੈ ਮੈਂ ਤੁਹਾਨੂੰ ਦੱਸੂਗਾ, ਇਹਨਾਂ ਦੀ ਰੂਟੀਨ, ਇਹਨਾਂ ਦੀ ਤਰਤੀਬ, ਇਹਨਾਂ ਦੇ ਨੁਕਸਾਨ, ਇਹਨਾਂ ਦੇ ਫਾਇਦੇ, ਕਿਹੜੇ ਮੌਸਮ 'ਚ ਦੇਣੇ, ਕਿਹੜੇ 'ਚ ਨਹੀਂ ਦੇਣੇ, ਸਭ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗਾ। ਸਰਸੋਂ ਦਾ ਤੇਲ ਮੇਰੇ ਵੀਰੋ ਜਦੋਂ ਵੀ ਦੇਣਾ, ਸਰਸੋਂ ਦੇ ਤੇਲ ਦੇਣ ਦਾ ਤਰੀਕਾ ਇਹ ਆ ਕਿ ਸਰਸੋਂ ਦਾ ਤੇਲ ਤੁਸੀਂ ਲੈ ਕੇ ਖਾ ਕਿਲੋ ਲੈਣਾ, 2 ਕਿਲੋ ਲੈਣਾ ਜਾਂ ਜਿੰਨਾ ਵੀ ਲੈਣਾ, ਉਹ ਤੁਹਾਡੀ ਆਪਣੀ ਮਰਜ਼ੀ ਆ। किसी बर्तन च पा के चूल्हे ते गर्म कर लेना चंगी तरह। जो कड़क कड़क करन लग पे, औरतों नूं बहुत ज़्यादा पता, जो तड़का हो जाए, जो कड़क हो जाए, उदों उन्नूं उहदे विच कड़काउण मुराद ये आ भी जो कड़क कड़क करन लग पिया, उहदे विच रोटी दी बुरकी सिट दिओ या प्याज थोड़ा जिहा सिट दिओ या 4-5 पोथियां लसण दीआं सिट दिओ, वो कड़क जानी है। उन्नूं उतार लो, ठंडा कर लो, ठंडा करके किसी बोतल दे विच पा लो, बोतल च पा के सेव कर लो, रख लो। रोज़ शाम नूं ਜਾਂ ਸਵੇਰ ਨੂੰ ਇੱਕ ਟਾਈਮ 24 ਘੰਟਿਆਂ ਦੇ ਵਿੱਚ ਇੱਕ ਟਾਈਮ ਇੱਕ ਬੱਕਰੀ ਨੂੰ ਤੁਸੀਂ 5 ਸੀਸੀ ਵਾਲੀ ਸਿਰਿੰਜ ਜਿਹੜੀ ਆ, ਆਪਾਂ ਇੰਜੈਕਸ਼ਨ ਜਿਹੜੇ ਡਾਕਟਰ ਲਾਉਂਦੇ ਆ, 5 ਸੀਸੀ ਵਾਲੀ ਸਿਰਿੰਜ ਤੁਸੀਂ ਇੱਕ ਭਰ ਕੇ ਇੱਕ ਬੱਕਰੀ ਦੀ ਖੁਰਾਕ, ਅਗਰ ਤੁਸੀਂ ਸਰਿੰਜਾਂ ਨਾਲ ਦੇਣੀ ਤਾਂ ਤੁਹਾਡੀ ਮਰਜ਼ੀ ਆ 5 ਸੀਸੀ ਦੇਣੀ, ਅਗਰ ਤੁਸੀਂ ਬੱਕਰੀਆਂ ਨੂੰ ਦੇਣੀ ਆ ਵੈਸੇ ਵੰਡੇ ਦੇ ਵਿੱਚ ਤੇ ਫਿਰ ਤੁਸੀਂ ਇਸ ਤਰ੍ਹਾਂ ਕਰ ਲਓ 5-5 ਸੀਸੀ ਫੀ ਬੱਕਰੀ ਦੇ ਹਿਸਾਬ ਨਾਲ ਤੁਸੀਂ ਵੰਡੇ ਦੇ ਵਿੱਚ ਮਿਕਸ ਕਰ ਲਓ। ਮਿਕਸ ਕਰਕੇ ਤੇ ਫਿਰ ਬੱਕਰੀਆਂ ਨੂੰ ਖਿਲਾ ਦਿਓ। ਕਰਦਾਰ ਉਹਨੇ ਉਹ ਵੀ ਉਹੀ ਆ ਦਾ, ਅਗਰ ਸਿਰਿੰਜ ਨਾਲ ਦੇ ਲਓਗੇ ਤਾਂ ਵੀ ਉਹੀ ਆ। ਇਹਦੇ ਵਿੱਚ ਕੋਈ ਮੁਸ਼ਕਿਲ ਨਹੀਂ, ਕੋਈ ਔਖਾ ਨਹੀਂ, ਕਿਉਂਕਿ ਜ਼ਾਹਰੀ ਤੌਰ ਅਸੀਂ ਬੱਕਰੀਆਂ ਨੂੰ ਵੰਡਾ ਤਾਂ ਲਾਜ਼ਮੀ ਪਾਉਂਦੇ ਹੀ ਪਾਉਂਦੇ। ਅਗਰ ਮੇਰੇ ਕਈ ਵੀਰ ਨਹੀਂ ਵੀ ਪਾ ਸਕਦੇ, ਗੁੰਜਾਇਸ਼ ਦੇ ਮੁਤਾਬਕ ਨਹੀਂ ਵੀ ਵੰਡਾ ਪਾ ਸਕਦੇ, ਤਾਂ ਕੋਈ ਏਡੀ ਮੁਸ਼ਕਿਲ ਨਹੀਂ ਹੈ। ਬੱਕਰੀਆਂ ਨੂੰ ਸਰਸੋਂ ਦਾ ਤੇਲ ਲਾਜ਼ਮੀ ਹੀ ਦੇਣਾ ਚਾਹੀਦਾ। ਉਹਦੇ ਨਾਲ ਬੱਕਰੀ ਦੀ ਖੁਸ਼ਕੀ ਖਤਮ ਹੋ ਜਾਂਦੀ ਆ, ਉਹਦੇ ਨਾਲ ਬੱਕਰੀ ਦੀ ਕੁਵਤ ਮੁਦਾਫਤ ਵੱਧਦੀ ਆ ਬਿਮਾਰੀ ਦੇ ਖਿਲਾਫ। ਉਹਦੇ ਨਾਲ ਬੱਕਰੀਆਂ ਜਲਦੀ ਮੁੜ ਕੇ ਹੀਟ 'ਚ ਆ ਜਾਂਦੀਆਂ। ਉਹਦੇ ਨਾਲ ਸਰਸੋਂ ਦੇ ਤੇਲ ਦੇ ਨਾਲ ਜਿਹੜੇ ਬੱਕਰੀ ਦੇ ਬੱਚੇ ਪੇਟ ਦੇ ਵਿੱਚ ਹੁੰਦੇ ਆ ਮੇਰੇ ਵੀਰੋ, ਉਹ ਬੜੀ ਅੱਛੀ ਪਰਵਰਿਸ਼ ਕਰ ਰਹੇ ਹੁੰਦੇ ਆ। ਇਹ ਸਰਸੋਂ ਦੇ ਤੇਲ ਦਾ ਇਹ ਕਮਾਲ ਆ। ਅੱਛਾ, ਹੁਣ ਦੇਣਾ ਕਿਹੜੇ ਮਹੀਨਿਆਂ 'ਚ ਚਾਹੀਦਾ, ਜਿੱਥੋਂ ਸਾਨੂੰ ਇਸ ਗੱਲ ਦਾ ਪਤਾ ਹੋਵੇ ਵੀ ਕਿਹੜੇ ਮਹੀਨਿਆਂ 'ਚ ਇਹਨਾਂ ਨੂੰ ਦਿੱਤਾ ਜਾਵੇ ਤਾਂ ਬੱਕਰੀਆਂ ਨੂੰ ਫਾਇਦਾ ਹੁੰਦਾ ਤੇ ਕਿਹੜੇ ਮਹੀਨਿਆਂ 'ਚ ਨਾ ਦਿੱਤਾ ਜਾਵੇ, ਜੇ ਦਿੱਤਾ ਜਾਵੇ ਤਾਂ ਨੁਕਸਾਨ ਹੁੰਦਾ। ਮੇਰੇ ਵੀਰੋ ਜਿਹੜਾ ਸਰਸੋਂ ਦਾ ਤੇਲ ਆ, ਇਹ ਜਿਹੜਾ ਖਾਸ ਕਰ ਅਪ੍ਰੈਲ ਤੋਂ ਸ਼ੁਰੂ ਕਰ ਦੇਣਾ। ਅਪ੍ਰੈਲ, ਮਈ, ਜੂਨ, ਜੁਲਾਈ ਤੇ ਅਗਸਤ ਦੀ 15 ਤਰੀਕ ਤੱਕ ਤੁਸੀਂ ਬੱਕਰੀਆਂ ਨੂੰ ਸਰਸੋਂ ਦਾ ਤੇਲ ਦੇ ਸਕਦੇ ਹੋ। ਉਸ ਤੋਂ ਬਾਅਦ 2 ਮਹੀਨੇ ਹੁੰਦੇ ਜਿਹਨੂੰ ਆਮ ਪੰਜਾਬੀ ਦੇਸੀ ਮਹੀਨਿਆਂ ਦੇ ਵਿੱਚ ਸਾਉਣ ਤੇ ਭਾਦੋਂ, ਇਹਨਾਂ ਦੋਵਾਂ ਮਹੀਨਿਆਂ ਦੇ ਵਿੱਚ ਬੱਕਰੀ ਨੂੰ ਸਰੋਂ ਦਾ ਤੇਲ ਨਹੀਂ ਦੇਣਾ ਚਾਹੀਦਾ, ਬਿਲਕੁਲ ਨਹੀਂ ਦੇਣਾ ਚਾਹੀਦਾ, ਕਿਉਂਕਿ ਇਹ ਮੌਸਮੀ ਬਾਰਿਸ਼ੀ ਮੌਸਮ ਹੁੰਦਾ ਵਾ। ਬੱਕਰੀਆਂ ਅਗਰ ਸਰਸੋਂ ਦਾ ਤੇਲ ਤੁਸੀਂ ਦਿੱਤਾ ਵਾ, ਉੱਤੋਂ ਬਾਰਿਸ਼ ਪੈ ਗਈ ਤਾਂ ਬੱਕਰੀਆਂ ਤੁਹਾਡੀਆਂ ਬਿਮਾਰ ਵੀ ਹੋ ਸਕਦੀਆਂ। ਸਿਆਣੇ ਲੋਕ ਕਹਿੰਦੇ ਵੀ ਬੱਕਰੀਆਂ ਨੂੰ ਸਾਉਣ ਭਾਦੋਂ ਦੇ ਵਿੱਚ ਤੇਲ ਸਰੋਂ ਦਾ ਲੜ ਜਾਂਦਾ। ਇਸ ਤੋਂ ਮੈਂ ਕਹਿੰਦਾ ਤੁਸੀਂ ਸਾਉਣ ਭਾਦੋਂ ਦੇ 2 ਮਹੀਨੇ ਵਲਾ ਜਾਣੇ। ਅਪ੍ਰੈਲ, ਮਈ, ਜੂਨ, ਜੁਲਾਈ ਤੇ ਅਗਸਤ ਦੀ 15 ਤਰੀਕ ਤੱਕ ਤੁਸੀਂ ਸਰਸੋਂ ਦਾ ਤੇਲ ਦੇਣਾ, ਇਸਤੇਮਾਲ ਕਰਨਾ। ਅਗਰ ਕਿਸੇ ਮੇਰਾ ਵੀ ਕੋਈ ਇਹ ਗੱਲ ਕਹਿੰਦਾ ਵੀ ਮੇਰੇ ਕੋਲ ਯਾਰ ਇੰਨੀ ਪਹੁੰਚ ਨਹੀਂ ਹੈਗੀ, ਮੇਰੇ ਕੋਲ ਇੰਨੀ ਹੈਸੀਅਤ ਨਹੀਂ ਹੈਗੀ ਮੈਂ ਸਰਸੋਂ ਦਾ ਤੇਲ ਦੇ ਸਕਾਂ, ਮੇਰਾ ਵੀਰੋ ਕੋਈ ਜ਼ਰੂਰੀ ਨਹੀਂ ਵੀ ਡੇਲੀ ਦੇਣਾ, ਉਹ 2 ਦਿਨਾਂ ਬਾਅਦ ਦੇ ਲਵੇ,
ਉਹ ਇੱਕ ਦਿਨ ਛੱਡ ਕੇ ਦੇ ਲਵੇ, ਉਹ ਹਫਤੇ 'ਚ 2 ਵਾਰੀ ਦੇ ਲਵੇ, ਉਹ ਉਹਦੀ ਮੌਜ ਆ। ਇਹਦੇ ਵਿੱਚ ਕੋਈ ਅਲਜਬਰਾ ਨਹੀਂ, ਕੋਈ ਇਹਦੇ ਵਿੱਚ ਮੁਸ਼ਕਿਲ ਨਹੀਂ ਵੀ ਤੁਸੀਂ ਹੀ ਇੰਨਾ ਹੀ ਦੇਣਾ, ਡੇਲੀ ਹੀ ਦੇਣਾ। 5 ਸੀਸੀ ਤੁਹਾਨੂੰ ਮੈਂ ਦੱਸ ਦਿੱਤਾ, 5 ਸੀਸੀ ਜਿਹੜਾ ਤੇਲ ਆ ਭਾਵੇਂ ਵੰਡੇ 'ਚ ਪਾ ਕੇ ਦੇ ਦਿਓ ਤੇ ਭਾਵੇਂ ਉੱਦਾਂ ਦੇ ਦਿਓ ਬੱਕਰੀ ਨੂੰ। ਇੱਕ ਦਿਨ ਦੀ ਖੁਰਾਕ ਆ, ਅਗਰ ਤੁਸੀਂ ਹਫਤੇ ਦੇ ਵਿੱਚ 2 ਵਾਰੀ ਵੀ ਦੇ ਦਿੰਦੇ ਤਾਂ ਜ਼ਬਰਦਸਤ ਆ। ਅਗਰ ਤੁਸੀਂ ਰੂਟੀਨ ਨਾਲ ਦੇਣਾ ਤੇ ਫਿਰ ਹਫਤੇ ਦੇ ਵਿੱਚ 3 ਦਿਨ ਕਰ ਲਓ, 2 ਦਿਨ ਕਰ ਲਓ, ਦੇਈ ਜਾਵੋ, ਕੋਈ ਮੁਸ਼ਕਿਲ ਨਹੀਂ। ਅਗਰ ਤੁਹਾਡੇ ਕੋਲ ਗੁੰਜਾਇਸ਼ ਹੈਗੀ ਹੈ ਤਾਂ ਤੁਸੀਂ ਡੇਲੀ ਦੇਈ ਜਾਓ, ਤਾਂ ਵੀ ਕੋਈ ਮੁਸ਼ਕਿਲ ਨਹੀਂ। ਸਿਰਫ 2 ਮਹੀਨੇ ਸਾਉਣ ਤੇ ਭਾਦੋਂ, ਇਹ 2 ਮਹੀਨੇ ਬੱਕਰੀਆਂ ਨੂੰ ਬਿਲਕੁਲ ਨਹੀਂ ਦੇਣਾ ਸਰੋਂ ਦਾ ਤੇਲ। ਅੱਗੇ ਆ ਜਾਣੀ ਜੀ ਸਾਉਣ ਤੇ ਭਾਦੋਂ, ਜਦੋਂ ਖਤਮ ਹੋਣਾ ਅੱਗੇ ਆ ਜਾਣਾ ਅੱਸੂ, ਦੇਸੀ ਮਹੀਨਾ ਅੱਸੂ। ਅੱਛਾ, ਅੱਸੂ ਦੇ ਵਿੱਚ ਅਸੀਂ ਸ਼ੁਰੂ ਕਰ ਦੇਣਾ ਡਾਲਟਾ ਘੇ। ਅੱਗੋਂ ਅਸੀਂ ਡਾਲਟਾ ਘੇ ਸ਼ੁਰੂ ਕਰਾਂਗੇ ਜਦੋਂ ਕਹਿ ਲਓ ਵੀ ਸਤੰਬਰ, ਅਕਤੂਬਰ ਤੇ ਨਵੰਬਰ, 3 ਮਹੀਨੇ ਅਸੀਂ ਜੇ ਕਿਸੇ ਨੇ ਦੇਣਾ ਵਾ ਤਾਂ ਡਾਲਟਾ ਘੇ ਦੇ ਲਓ। ਡਾਲਟੇ ਘੇ ਨੇ ਵੀ ਉਹੀ ਕੰਮ ਕਰਨਾ ਜੋ ਸਰੋਂ ਦੇ ਤੇਲ ਨੇ ਕੰਮ ਕੀਤਾ। ਉਹਨੂੰ ਕੋਈ ਤੜਕਾਉਣਾ ਨਹੀਂ, ਉਹਨੂੰ ਕੋਈ ਕੁਛ ਨਹੀਂ ਕਰਨਾ। ਉਹ ਤੁਸੀਂ ਜਿਹੜਾ ਘੇ ਆ ਭਾਵੇਂ ਵੰਡੇ 'ਚ ਪਾ ਕੇ ਦੇ ਲਵੋ ਤੇ ਭਾਵੇਂ ਉੱਦਾਂ ਦੁੱਧ ਅੱਧਾ ਕਿਲੋ ਗਰਮ ਕਰ ਲਵੋ, ਉਹਦੇ ਵਿੱਚ ਪਾ ਕੇ ਠੰਡਾ ਕਰਕੇ ਤੇ ਬੱਕਰੀਆਂ ਨੂੰ ਪਿਲਾ ਦਿਓ, ਤਾਂ ਵੀ ਮਸਲਾ ਕੋਈ ਨਹੀਂ, ਮਸਲਾ ਹੱਲ ਆ ਫਿਰ ਵੀ। ਅੱਗੋਂ ਆ ਗਈ ਦਸੰਬਰ ਤੇ ਜਨਵਰੀ ਤੇ ਫਰਵਰੀ, ਮਾਰਚ, ਇਹ 3 ਮਹੀਨੇ। ਮਾਰਚ ਤੁਸੀਂ ਫਰਵਰੀ ਤੱਕ ਕਰ ਲਓ, ਮਾਰਚ ਦੇ ਵਿੱਚ ਗਰਮੀ ਸ਼ੁਰੂ ਹੋ ਜਾਂਦੀ ਆ। ਫਰਵਰੀ ਤੱਕ ਅਗਰ ਤੁਸੀਂ ਦੇਣਾ ਵਾ ਤੇ ਤਿਲਾਂ ਦਾ ਤੇਲ ਦਿਓ, ਕਿਉਂਕਿ ਤਿਲਾਂ ਦਾ ਤੇਲ ਗਰਮ ਹੁੰਦਾ, ਉਦੋਂ ਹੁੰਦੀ ਵੀ ਸਰਦੀ ਆ। ਤੁਸੀਂ ਤਿਲਾਂ ਦਾ ਤੇਲ ਜਿੱਦਾਂ ਤੁਸੀਂ ਸਰੋਂ ਦਾ ਤੇਲ ਤੜਕਾਇਆ, ਇਸਤੇਮਾਲ ਕਰਵਾਇਆ, ਇਹੀ ਰੂਟੀਨ ਤੁਸੀਂ ਤਿਲਾਂ ਦੇ ਤੇਲ ਦੀ ਰੱਖਣੀ ਆ। ਨਾ ਕਿ ਵੀ ਅਸੀਂ ਉਦਾਂ ਹੀ ਕੱਚਾ ਦੇ ਦੇਣਾ। ਕੱਚਾ ਨਾ ਸਰੋਂ ਦਾ ਤੇਲ ਕੱਚਾ ਦੇਣਾ, ਨਾ ਤਿਲਾਂ ਦਾ ਤੇਲ ਕੱਚਾ ਦੇਣਾ, ਕਿਉਂਕਿ ਇਹ ਜਦੋਂ ਤੜਕਾਇਆ ਹੋਵੇ ਇਹਦੀ ਤਾਸੀਰ ਕੋਈ ਹੋਰ ਹੋ ਜਾਂਦੀ ਆ, ਜਦੋਂ ਨਾ ਤੜਕਾਇਆ ਹੋਵੇ ਇਹਦੀ ਕੱਚਾ ਤੇਲ ਆ ਉਹ ਨੁਕਸਾਨ ਵੀ ਕਰ ਸਕਦਾ। ਬਿਹਤਰੀਨ ਹਾਲਤ ਇਹੀ ਹੈ ਤੜਕਾ ਕੇ ਹੀ ਦੇਣਾ ਚਾਹੀਦਾ। ਲੇਕਿਨ ਅੱਜ ਤੱਕ ਮੇਰੇ ਨਾਲ ਅੱਲਾ ਮਾਫੀ ਦੇਵੇ ਨੁਕਸਾਨ ਹੋਇਆ ਤਾਂ ਨਹੀਂ, ਵੀ ਮੈਂ ਕੱਚਾ ਵੀ ਦਿੱਤਾ ਵਾ ਲੇਕਿਨ ਨੁਕਸਾਨ ਹੋਇਆ ਨਹੀਂ। ਲੇਕਿਨ ਮੈਂ ਤੁਹਾਨੂੰ ਇਹ ਗੱਲ ਦੱਸਦਾ, ਤੁਸੀਂ ਜਦੋਂ ਸਿਆਣੇ ਕਹਿੰਦੇ ਆ ਹਿਫਾਜ਼ਤ ਹੀ ਚੰਗੀ ਆ, ਤੇ ਹਿਫਾਜ਼ਤ ਆਪਾਂ ਨੂੰ ਕਰ ਲੈਣੀ ਚਾਹੀਦੀ। ਆਪਾਂ ਨੂੰ ਕੰਮ ਹੀ ਉਹ ਕਰ ਲੈਣਾ ਚਾਹੀਦਾ ਜਿਹੜੀ ਆਪਾਂ ਨੂੰ ਬਿਲਕੁਲ ਐਕੂਰੇਟ ਬਣਦਾ ਵਾ। ਆਪਾਂ ਐਵੇਂ ਤੁਰੇ ਫਿਰੀਏ, ਫਾਇਦਾ ਕੋਈ ਨਹੀਂ। ਇਹ 3 ਚੀਜ਼ਾਂ ਮੇਰਾ ਵੀਰ, ਤੁਸੀਂ ਅਗਰ ਬੱਕਰੀਆਂ ਨੂੰ ਰੂਟੀਨ ਨਾਲ ਦਿੰਨੇ ਹਫਤੇ 2 ਵਾਰੀ ਜਾਂ 3 ਵਾਰੀ, ਜਿਹੜੇ ਸਰਮਾਏਦਾਰ, ਮੈਂ ਅੱਗੇ ਵੀ ਕਿਹਾ, ਜਿਹੜੇ ਸਰਮਾਏਦਾਰ ਆ ਉਹ ਦੇ ਸਕਦੇ ਆ ਹਰ ਹਫਤੇ, ਮਤਲਬ ਡੇਲੀ ਦੇ ਸਕਦੇ ਆ। ਜਿਹੜੇ ਨਹੀਂ ਸਰਮਾਏਦਾਰ, ਜਿਨ੍ਹਾਂ ਕੋਲ ਨਹੀਂ ਪਹੁੰਚ, ਗੁੰਜਾਇਸ਼ ਨਹੀਂ ਹੈਗੀ, ਉਹ ਮੇਰੇ ਵੀਰ ਹਫਤੇ 'ਚ 2 ਵਾਰੀ ਸਰੋਂ ਦਾ ਤੇਲ ਜਾਂ ਡਾਲਟਾ ਘੇ ਦੇ ਮੌਸਮ 'ਚ ਡਾਲਟਾ ਘੇ, ਜਾਂ ਤਿਲਾਂ ਦੇ ਤੇਲ ਦੇ ਮੌਸਮ ਦੇ ਵਿੱਚ ਤਿਲਾਂ ਦਾ ਤੇਲ ਬਿਲਕੁਲ ਲਾਜ਼ਮੀ ਹੀ ਦਿਓ। ਕਿਉਂਕਿ ਇਹਦੇ ਨਾਲ ਜਿਹੜੀਆਂ ਬਿਮਾਰੀਆਂ ਵਾ ਬੱਕਰੀ ਨੂੰ ਅਟੈਕ ਕਰਦੀਆਂ, ਇਨਸਾਨਾਂ ਤਰ੍ਹਾਂ ਵਾ, ਜਿੱਦਾਂ ਇਨਸਾਨ ਸਿਹਤਮੰਦ ਤੰਦਰੁਸਤ ਹੋਊਗਾ ਬਿਮਾਰੀ ਘੱਟ ਉਹਨੂੰ ਕਵਰ ਕਰਦੀ ਆ। ਜਦੋਂ ਜਾਨਵਰ ਵੀ ਸਾਡਾ ਕਮਜ਼ੋਰ ਹੋਊਗਾ, ਉਦੋਂ ਵੀ ਸਾਨੂੰ ਇਹ ਮਸਲੇ ਬਣਨੇ ਆ ਬਿਮਾਰੀ ਦੇ ਖਿਲਾਫ। ਅਸੀਂ ਇਹ ਚੀਜ਼ਾਂ ਰੂਟੀਨ ਨਾਲ ਦੇਈ ਜਾਵਾਂਗੇ ਤੇ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ, ਅੱਲਾ ਦੇ ਫਜ਼ਲ ਦੇ ਨਾਲ ਬੱਕਰੀਆਂ ਨੂੰ ਬਿਮਾਰੀ ਬਹੁਤ ਘੱਟ ਆਉਣ ਲੱਗੀ, ਬਹੁਤ ਘੱਟ। ਕਿਉਂਕਿ ਇਹਨਾਂ ਦੇ ਵਿੱਚ ਚਰਬੀ ਹੋਣੀ, ਇਹਨਾਂ ਦੇ ਵਿੱਚ ਕੂਵਤੇ ਮੁਦਾਫਤ ਹੋਣੀ ਹੈ, ਇਹਨਾਂ 'ਚ ਜਾਨ ਹੋਣੀ ਆ, ਤਾਕਤ ਹੋਣੀ ਆ, ਖੂਨ ਹੋਣਾ, ਉਹ ਬਿਮਾਰੀ ਦੇ ਖਿਲਾਫ ਲੜ ਜਾਣਗੀਆਂ। ਅਗਰ ਤੁਸੀਂ ਇਕੱਲੇ ਪੱਠਿਆਂ ਦੇ ਰੱਖੀਆਂ ਤਾਂ ਬੱਕਰੀਆਂ ਤੁਹਾਡੀਆਂ ਬਿਮਾਰ ਹੋ ਸਕਦੀਆਂ। ਇਸ ਤੋਂ ਕੋਈ ਜ਼ਿਆਦਾ ਖਰਚਾ ਨਹੀਂ ਹੈ। ਜੇ ਤੁਸੀਂ ਕਹੋ ਜੀ ਇਹ ਮਹੀਨੇ ਦਾ ਖਰਿਆ ਕੋਈ 3000 5000 ਰੁਪਈਆ ਖਰਚਾ ਆਉਣਾ ਸਰੋਂ ਦੇ ਤੇਲ ਤੇ, ਜਾਂ ਡਾਲਟੇ ਘੇ ਤੇ, ਜਾਂ ਸਰੋਂ ਦੇ ਤੇਲ ਤਿਲਾਂ ਦੇ ਤੇਲ ਤੇ, ਕੋਈ ਏਡਾ ਜ਼ਿਆਦਾ ਖਰਚਾ ਨਹੀਂ ਹੁੰਦਾ। ਤਕਰੀਬਨ ਮੇਰਾ ਖਿਆਲ ਆ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਅਗਰ ਗਰਮੀਆਂ ਵਾਲੇ ਮਹੀਨੇ 'ਚ ਪਲਾਓਗੇ ਤੇਲ ਤਾਂ ਜ਼ਿਆਦਾ ਤੋਂ ਜ਼ਿਆਦਾ 2 ਕਿਲੋ ਸਾਰੀਆਂ ਬੱਕਰੀਆਂ ਪੀ ਜਾਣਗੀਆਂ। ਰੂਟੀਨ ਆ ਨਾ 5 ਸੀਸੀ ਦੀ, ਉਹ 2 ਕਿਲੋ ਮਸਾਂ ਖਾਣਗੇ, 1200 ਰੁਪਏ ਦਾ ਤਿੰਨਾਂ ਕੁ ਮਹੀਨਿਆਂ ਦੇ ਵਿੱਚ ਉਹ ਮੁੱਕ ਜਾਣਾ। ਤੇ ਜ਼ਬਰਦਸਤ ਐਡੀ ਖੁਰਾਕ ਕੋਈ ਵੀ ਨਹੀਂ ਸਸਤੀ ਮੇਰਾ ਵੀਰ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਅਸੀਂ ਇਹ ਵੀ ਸਭ ਕੁਝ ਦੇ ਲਿਆ, ਵੰਡੇ ਵੀ ਅਸੀਂ ਦੇਈ ਜਾਂਦੇ ਤੇ ਫਿਰ ਵੀ ਬੱਕਰੀਆਂ ਮੋਟੀਆਂ ਨਹੀਂ ਹੁੰਦੀਆਂ। ਤੇ ਮੇਰੇ ਵੀਰੋ ਫਿਰ ਮੈਂ ਵੀਡੀਓ ਅੱਗੇ ਵੀ ਬਣੀ ਪਈ ਆ, ਡਿਵਰਮਿੰਗ ਲਾਜ਼ਮੀ ਆ। ਤੇ ਜਿਹੜਾ ਸਰੋਂ ਦਾ ਤੇਲ ਆ, ਇਹ ਅਗਰ ਪੇਟ ਦੇ ਕੀੜੇ ਵੀ ਵਿੱਚ ਹੈਗੇ ਆ ਨਾ ਤੇ ਉਹਨਾਂ ਨੂੰ ਵੀ ਖਤਮ ਕਰ ਦਊਗਾ। ਤੇ ਜਿਹੜਾ ਸਰੋਂ ਦਾ ਤੇਲ ਆ, ਅਗਰ ਤੁਸੀਂ ਬੱਕਰੀ ਸੂਈ ਆ, ਉਹਦੇ ਬੱਚੇ ਛੋਟੇ ਆ 5 ਦਿਨਾਂ ਤੋਂ ਬਾਅਦ
ਠੀਕ 5 ਦਿਨਾਂ ਤੋਂ ਬਾਅਦ ਉਹਨਾਂ ਨੂੰ ਇੱਕ ਸੀਸੀ, ਸਿਰਫ 1 ਸੀਸੀ ਸਰੋਂ ਦਾ ਤੇਲ ਪਿਲਾ ਕੇ ਸਿਰਿੰਜ ਨਾਲ, ਮੁੜ ਕੇ ਉਹਨਾਂ ਨੂੰ ਦੁੱਧ ਪਿਲਾ ਦਿਓ। ਫਿਰ ਉਹਨਾਂ ਨੂੰ ਕਹੋ ਜਿੰਨੀ ਮਰਜ਼ੀ ਖਾ ਲਓ ਮਿੱਟੀ, ਕੋਈ ਮੁਸ਼ਕਿਲ ਨਹੀਂ, ਨਾ ਕੋਈ ਪੇਚਸ, ਨਾ ਕੋਈ ਮੋਸ਼ਨ, ਨਾ ਕੋਈ ਖਾਂਸੀ, ਨਾ ਕੋਈ ਨਜ਼ਲਾ, ਕੋਈ ਸ਼ੈ ਨਹੀਂ ਹੋਣ ਲੱਗੀ ਅੱਲਾ ਦੇ ਹੁਕਮ ਨਾਲ। ਨਾ ਢਿੱਡ ਲਟਕਣਗੇ, ਕਿਉਂਕਿ ਸਰੋਂ ਦੇ ਤੇਲ ਨੇ ਮਿਹਦੇ ਦੇ ਵਿੱਚ ਦੂਸਰੀ ਰੱਖਣੀ, ਚਕਨਾਈ ਰੱਖਣੀ ਆ, ਉਹਦੀ ਵਜ੍ਹਾ ਤੋਂ ਮਿੱਟੀ ਜਿਹੜੀ ਉਹਨਾਂ ਨੇ ਬੱਚਿਆਂ ਨੇ ਖਾਣੀ ਉਹ ਰੁਕਣੀ ਨਹੀਂ। ਸਰੋਂ ਦਾ ਤੇਲ ਬਹੁਤ ਹੀ ਜ਼ਰੂਰੀ ਆ, ਬਹੁਤ ਹੀ ਅਹਿਮ ਆ। ਜਿਹੜਾ ਬੰਦਾ ਇਹ ਗੱਲ ਕਹਿੰਦਾ ਨਾ ਵੀ ਮੇਰੀ ਬੱਕਰੀ ਯਾਰ ਮੈਂ ਪੱਠੇ ਵੀ ਪਾਈ ਜਾਂਦਾ, ਮੈਂ ਵੰਡਾ ਵੀ ਪਾਈ ਜਾਂਦਾ, ਮੈਂ ਉਹ ਕਰੀ ਜਾਂਦਾ, ਮੈਂ ਆਹ ਕਰੀ ਜਾਂਦਾ, ਮੇਰੀ ਬੱਕਰੀ ਮੋਟੀ ਨਹੀਂ ਹੁੰਦੀ, ਮੇਰੀ ਬੱਕਰੀ ਨੂੰ ਮਸਲਾ ਪਤਾ ਨਹੀਂ ਕੀ ਆ, ਮੇਰੇ ਵੀਰੋ ਸਾਰੇ ਮਸਲੇ ਇਹੀ ਆ। ਅਗਰ ਅਸੀਂ ਖੁਸ਼ਕੀ ਦੇ ਵਿੱਚ ਬੱਕਰੀ ਜਦੋਂ ਰੱਖਦੇ ਨਾ ਉਦੋਂ ਮਸਲੇ ਬਣਦੇ ਆ। ਅਗਰ ਅਸੀਂ ਬੱਕਰੀ ਅੰਦਰੋਂ ਤਰ ਰੱਖਾਂਗੇ, ਮਤਲਬ ਘੇ ਦਿੱਤੀ ਰੱਖਾਂਗੇ ਜਾਂ ਸਰੋਂ ਦਾ ਤੇਲ ਦਿੱਤੀ ਰੱਖਾਂਗੇ ਜਾਂ ਤਿਲਾਂ ਦਾ ਤੇਲ ਦਿੱਤੀ ਰੱਖਾਂਗੇ, ਤੇ ਉਹ ਸਾਡੀ ਬੱਕਰੀਆਂ ਦੇ ਇਹ ਮਾਮਲਾਤ ਖਤਮ ਹੋ ਜਾਣਗੇ। ਸਾਡੀਆਂ ਬੱਕਰੀਆਂ ਤੰਦਰੁਸਤ ਹੋ ਜਾਣਗੀਆਂ, ਤਵਾਨਾ ਹੋ ਜਾਣਗੀਆਂ ਤੇ ਮੋਟੀਆਂ ਹੋ ਜਾਣਗੀਆਂ ਅੱਲਾ ਦੇ ਹੁਕਮ ਦੇ ਨਾਲ। ਫਿਰ ਅੱਛਾ, ਇੱਕ ਸਵਾਲ ਜਿਹੜਾ ਬਹੁਤ ਅਹਿਮ ਆ, ਬੰਦੇ ਕਹਿੰਦੇ ਆ ਜੀ ਜਦੋਂ ਬੱਕਰੀ ਹੀੜ ਤੇ ਆਉਣ ਵਾਲੀ ਹੁੰਦੀ ਉਦੋਂ ਸਰੋਂ ਦਾ ਤੇਲ ਨਹੀਂ ਦੇਣਾ ਚਾਹੀਦਾ। ਬਈ ਕਿਉਂ ਨਹੀਂ ਦੇਣਾ ਚਾਹੀਦਾ? ਅਖੇ ਜੀ ਉਹ ਬੱਕਰੀ ਠੰਡੀ ਹੋ ਜਾਂਦੀ ਤੇ ਬੱਕਰੀ ਮੁੜ ਕੇ ਹੀਟ ਤੇ ਨਹੀਂ ਆਉਂਦੀ। ਮੇਰੇ ਵੀਰੋ ਇਹ ਸਭ ਝੂਠ ਆ। ਤੁਸੀਂ ਰੂਟੀਨ ਨਾਲ ਦੇਈ ਜਾਓ, ਖਾ ਬੱਕਰੀਆਂ ਸੂਣ ਵਾਲੀਆਂ, ਖਾ ਸੂ ਪਈਆਂ, ਖਾ ਸੂਣ ਵਾਲੀਆਂ ਨਹੀਂ। ਸਿਰਫ ਇੱਕ ਗੱਲ ਦਾ ਧਿਆਨ ਰੱਖਣਾ, ਸੌਣ ਭਾਦੋਂ 2 ਮਹੀਨੇ ਸਰੋਂ ਦਾ ਤੇਲ ਨਹੀਂ ਦੇਣਾ। ਬੱਕਰੀ ਜਦੋਂ ਸੂ ਪਈ ਆ ਉਤੋਂ 10 ਦਿਨ ਬਾਅਦ ਸਰੋਂ ਦਾ ਤੇਲ ਨਹੀਂ ਦੇਣਾ। ਮਤਲਬ ਸੂਣ ਤੋਂ 3 ਦਿਨ ਪਹਿਲਾਂ, 5 ਦਿਨ ਪਹਿਲਾਂ ਲਾ ਲਓ, 10 ਦਿਨ ਬੱਕਰੀ ਸੂਣ ਤੋਂ ਮਤਲਬ 5 ਦਿਨ ਪਹਿਲਾਂ ਤੇ 10 ਦਿਨ ਬਾਅਦ 15 ਦਿਨ ਹੋਰ ਨਹੀਂ ਦੇਣਾ। ਬਾਕੀ ਜਦੋਂ ਤੁਸੀਂ ਮਰਜ਼ੀ ਦਵੋ, ਬੱਚਿਆਂ ਨੂੰ ਦਵੋ, ਬੱਕਰੀ ਦਿਆਂ ਨੂੰ, ਬੱਕਰੀ ਨੂੰ ਦਵੋ। ਕੋਈ ਸੂਣ ਉਹਦੇ ਵਿੱਚ ਫੰਡਰ ਵਾਲਾ ਚੱਕਰ ਨਹੀਂ, ਕੋਈ ਉਹਦੇ ਵਿੱਚ ਹੀਟ ਵਾਲਾ ਚੱਕਰ ਨਹੀਂ, ਕੋਈ ਮਤਲਬ ਇਹ ਨਹੀਂ ਵੀ ਹੁਣ ਕਈ ਲੋਕ ਇਹ ਕਹਿੰਦੇ ਆ ਜੀ ਤਿਲਾਂ ਦਾ ਤੇਲ ਗਰਮੀਆਂ ਨੂੰ ਨਹੀਂ ਦੇਣਾ ਚਾਹੀਦਾ, ਉਹ ਸਰਦੀਆਂ ਨੂੰ ਨਹੀਂ ਦੇਣਾ ਚਾਹੀਦਾ ਕਿਉਂਕਿ ਉਹ ਬੱਚੇ ਜ਼ਾਇਆ ਕਰ ਦਿੰਦੇ, ਗਰਮ ਹੁੰਦੇ। ਬਾਈ ਏਡੇ ਕੋਈ ਗਰਮ ਨਹੀਂ ਹੁੰਦਾ। ਤੁਸੀਂ ਕੋਈ ਲੀਟਰ ਨਹੀਂ ਪਿਲਾ ਦੇਣਾ 5 ਸੀਸੀ ਆ। ਨਾਲੇ ਜਿਹੜੇ ਗਰਮ ਚੀਜ਼ਾਂ ਹੁੰਦੀਆਂ ਇੱਦਾਂ ਦੀਆਂ ਆਰਗੈਨਿਕ ਜਿਹੜੀਆਂ ਗਰਮ ਚੀਜ਼ਾਂ ਹੁੰਦੀਆਂ ਉਹ ਬੱਕਰੀ ਦੀ ਬੱਚੇ ਦਾ ਨਹੀਂ ਨਾ, ਉਹਨਾਂ ਦਾ ਕੋਈ ਤਾਲਕ ਨਹੀਂ ਹੁੰਦਾ। ਉਹਨਾਂ ਦਾ ਤਾਲਕ ਸਿਰਫ ਜਿਸਾਮਤ ਨਾਲ, ਮਿਹਦੇ ਨਾਲ ਹੁੰਦਾ। ਐਵੇਂ ਨਾ ਕਿਸੇ ਦੀ ਉਧਰਲੀ ਗੱਲ ਸੁਣ ਕੇ ਮਗਰ ਲੱਗ ਜਾ ਕਰੋ। ਤੁਸੀਂ ਬੱਕਰੀਆਂ ਅੱਜ ਮਤਲਬ ਕ੍ਰਾਸ ਕਰਵਾਈ ਆ, ਸਵੇਰ ਨੂੰ ਤੁਸੀਂ ਉਹਦੀ ਗੰਦਮ ਸ਼ੁਰੂ ਕਰ ਦਿਓ। ਰੂਟੀਨ ਨਾਲ ਬਿਲਫਰ ਤੁਸੀਂ ਗੰਦਮ ਪਾਉਂਦੇ ਪਏ ਨਾ, ਬੱਕਰੀ ਨੂੰ ਗੰਦਮ ਸ਼ੁਰੂ ਕਰ ਦਿਓ। ਵੀ ਰੋਕਣੀ ਨਹੀਂ, ਬੱਕਰੀ ਕ੍ਰਾਸ ਵੀ ਹੋ ਗਈ ਆ। ਤੇ ਮੈਂ ਬੜੇ ਬੰਦੇ ਇਦਾਂ ਦੇ ਵੀ ਦੇਖੇ ਜਿਹੜੇ ਇਸ ਗੱਲ ਤੋਂ ਵੀ ਰੋਕਦੇ ਜੀ, ਇਹਦੀ ਕਣਕ ਬੰਦ ਕਰ ਦਿਓ, ਇਹਦੀ ਗੰਦਮ ਬੰਦ ਕਰ ਦਿਓ ਜੀ, ਬੱਕਰੀ ਹੀਟ ਤੇ ਜੀ ਕ੍ਰਾਸ ਹੋ ਗਈ ਆ। ਬਈ ਕੀ ਹੋਇਆ? ਕ੍ਰਾਸ ਹੀ ਹੋਈ ਆ ਨਾ, ਉਹ ਤਾਂ ਨਿਜ਼ਾਮੇ ਕੁਦਰਤ ਆ। ਤੁਸੀਂ ਕਿਉਂ ਉਹਦਾ ਦਾਣਾ ਪਾਣਾ ਬੰਦ ਕਰੀ ਜਾਂਦੇ? ਇਹ ਜ਼ਰੂਰ ਹੁੰਦਾ ਵੀ ਜਿੱਥੇ ਤੁਸੀਂ ਅੱਧੀ ਪਿਆਲੀ ਪਾਉਂਦੇ ਸੀ ਉੱਥੇ ਥੋੜੀ ਜਿਹੀ ਘੱਟ ਕਰ ਲਓ, ਜਿੱਥੇ 2 ਟਾਈਮ ਪਾਉਂਦੇ ਸੀ ਉੱਥੇ 1 ਟਾਈਮ ਕਰ ਲਓ। ਆਹ ਫਰਕ ਹੁੰਦਾ, ਹੋਰ ਕੋਈ ਮੇਰਾ ਵੀਰ ਫਰਕ ਨਹੀਂ ਹੁੰਦਾ। ਨਵੇਂ ਬੱਕਰੀ ਪਾਲ ਵੀਰ ਨਾਲ ਇਹੀ ਸਾਰੇ ਮਾਮਲਾਤ ਹੁੰਦੇ ਜਿਹੜੇ ਮੈਂ ਵੀਰਾਂ ਨਾਲ ਸ਼ੇਅਰ ਕੀਤੇ ਆ। ਇਹਨਾਂ 3 ਚੀਜ਼ਾਂ ਨੂੰ ਜ਼ਿਹਨ ਦੇ ਵਿੱਚ ਰੱਖ ਕੇ ਬੱਕਰੀ ਫਾਰਮਿੰਗ ਕਰੋ, ਇਨਸ਼ਾਅੱਲਾ ਅੱਲਾ ਦੇ ਹੁਕਮ ਨਾਲ ਨਫਾ ਹੀ ਨਫਾ ਹੋਏਗਾ।